ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਦਾਸ ਰਣਜੀਤ ਸਿੰਘ ਅਕਾਲ ਖਾਲਸਾ ਨਿਊਜ਼ ਵੱਲੋਂ ਅੱਜ ਭਾਈ ਮਹਿੰਦਰ ਸਿੰਘ ਜੀ ਖਾਲਸਾ ਸੇਵਾਦਾਰ ਯੂਨਾਈਟਿਡ ਸਿੱਖ ਕੌਂਸਲ ਅੱਜ ਅਸੀਂ ਇਹਨਾਂ ਕੋਲ ਇੰਟਰਵਿਊ ਲੈਣ ਵਾਸਤੇ ਆਏ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਜਿਹੜਾ ਮੁੱਦਾ ਇਸ ਲਈ ਭਗਤਾ ਮੁੱਦਾ ਕਹਿ ਸਕਦੇ ਹਾਂ ਉਹਨੂੰ, ਰਣਜੀਤ ਬਾਵਾ ਦਾ ਜਿਹੜਾ ਚੱਲ ਰਿਹਾ ਹੈ, ਉਸ ਮੁੱਦੇ ਨੂੰ ਲੈ ਕੇ ਵੱਖ-ਵੱਖ ਪ੍ਰਤੀਕਰਨ ਜਿਹੜੇ ਸਾਹਮਣੇ ਆ ਰਹੇ ਨੇ ਤੇ ਕਈ ਹਿੰਦੂ ਜਥੇਬੰਦੀਆਂ ਵੱਲੋਂ ਵੀ ਉਹਨਾਂ 'ਤੇ ਕੇਸ ਦਾਇਰ ਕੀਤੇ ਗਏ ਨੇ ਤੇ ਬਹੁਤ ਸਾਰੇ ਜਿਹੜੇ ਦੇਖਿਆ ਜਾਏ ਤਾਂ 90% ਦੇ ਲਗਭਗ ਲੋਕ ਉਹਨਾਂ ਦੇ ਫੇਵਰ ਵਿੱਚ, ਉਹਨਾਂ ਦੇ ਸਮਰਥਨ ਵਿੱਚ ਵੀ ਹੈਗੇ ਨੇ। ਤੋ ਕਿਤੇ ਉਹ ਗਲਤ ਨੇ, ਕਿਤੇ ਉਹ ਸਹੀ ਨੇ, ਇਸ ਬਾਰੇ ਅਸੀਂ ਵਿਚਾਰ ਕਰਾਂਗੇ ਔਰ ਭਾਈ ਮਹਿੰਦਰ ਸਿੰਘ ਖਾਲਸਾ ਜੀ ਇਹਨਾਂ ਕੋਲ ਇਹਨਾਂ ਦੇ ਵਿਚਾਰ ਸੁਣਨ ਕਰਾਂਗੇ ਕਿ ਵੀਰ ਜੀ ਤੁਸੀਂ ਦੱਸੋ ਕਿ ਜਿਹੜਾ ਇਹ ਮੁੱਦਾ ਹੈ ਇਹ ਕਿੰਨੇ ਕੁ ਮਤਲਬ ਅਸੀਂ ਵੇਖਿਆ ਜਾਈਏ ਕਿ ਕਿਆ ਇਹਦੇ ਪਿੱਛੇ ਕੋਈ ਸਿਆਸੀ ਰਾਜਨੀਤੀ ਕੋਈ ਕੰਮ ਤਾਂ ਨਹੀਂ ਕਰ ਰਹੀ ਤੇ ਜਾ ਕੇ ਵਾਕਈ ਇਹਦੇ ਵਿੱਚ ਕੋਈ ਰਣਜੀਤ ਸਿੰਘ ਬਾਵੇ ਵੱਲੋਂ ਕੋਈ ਗਲਤ ਬਿਆਨਬਾਜ਼ੀ ਹੋਈ ਹੈ, ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ, ਉਹਨਾਂ ਕਾਰਨਾਂ ਵੱਲ ਤੁਸੀਂ ਥੋੜ੍ਹਾ ਚਾਨਣਾ ਪਾਓਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਨੂੰ ਦੱਸ ਦੇਵਾਂ ਕਿ ਕੁਝ ਦਿਨ ਪਹਿਲਾਂ ਵੀ ਦਾਸ ਨੇ ਇੱਕ ਵੀਡੀਓ ਪਾਈ ਹੈ, ਉਹਦੇ ਵਿੱਚ ਮੈਂ ਸਾਰਾ ਵੇਰਵਾ ਦਿੱਤਾ। ਰਣਜੀਤ ਬਾਵਾ ਵੱਲੋਂ ਜੋ ਗੀਤ ਗਾਇਆ ਗਿਆ ਉਹਦੇ ਵਿੱਚ ਕੋਈ ਵੀ ਐਸੀ ਗੱਲ ਨਹੀਂ ਹੈ ਜਿਹੜੀ ਸੱਚ ਦੇ ਨਾਲ ਰਿਲੇਟਡ ਨਾ ਹੋਵੇ। ਔਰ ਇਹ ਜਿਹੜੀ ਸੋਚ ਰਣਜੀਤ ਬਾਵਾ ਨੇ ਜੋ ਗੀਤ ਗਾਇਆ, ਇਹਨੂੰ ਲਿਖਣ ਵਾਲਾ ਜਿਹੜਾ ਵੀਰ ਹੈ ਸਾਬਤ ਸੂਰਤ ਵੀਰ ਸਿੰਘ ਨਾਂ ਹੈ ਉਸ ਵੀਰ ਦਾ, ਔਰ ਉਹ ਬੜਾ ਸਮਝਦਾਰ ਪੜ੍ਹਿਆ ਲਿਖਿਆ ਨੌਜਵਾਨ ਹੈ। ਔਰ ਮੈਂ ਸੋਚਦਾ ਉਸ ਨੌਜਵਾਨ ਦੀ ਵੀ ਇਹ ਆਪਣੀ ਸੋਚ ਨਹੀਂ, ਇਹ ਸੋਚ ਉਸਨੂੰ ਧੰਨ ਗੁਰੂ ਨਾਨਕ ਸਾਹਿਬ ਦੇ ਘਰ ਤੋਂ ਮਿਲੀ ਹੈ। ਕਿਉਂਕਿ ਇਹ ਤੇ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜੋ ਸ਼ੂਦਰਾਂ ਦੇ ਖਿਲਾਫ ਜੋ ਸਮਾਜ ਦੇ ਵਿੱਚ ਹਾਲਾਤ ਸਨ ਅਤੇ ਜਿਸ ਤਰ੍ਹਾਂ ਜਿਹੜੇ ਧਾਰਮਿਕ ਅਸਥਾਨ ਨੇ ਉਹਨਾਂ ਦੇ ਅੰਦਰ ਵੀ ਸ਼ੂਦਰਾਂ ਨੂੰ ਹੱਕ ਨਹੀਂ ਸੀ ਕਿ ਉਹ ਅੰਦਰ ਜਾ ਕੇ ਰੱਬ ਦੀ ਭਗਤੀ ਕਰ ਸਕਣ। ਤੁਸੀਂ ਭਗਤ ਨਾਮਦੇਵ ਜੀ ਦੀ ਗੱਲ ਲੈ ਲਓ ਕਿ ਭਗਤ ਨਾਮਦੇਵ ਜੀ ਨੂੰ ਧੱਕੇ ਮਾਰ ਕੇ ਮੰਦਰ ਵਿੱਚੋਂ ਕੱਢਿਆ ਗਿਆ ਤੇ ਉਸ ਨਾਮਦੇਵ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੀ ਗੋਦ ਵਿੱਚ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਦੁਨੀਆ ਦੇ ਸਾਹਮਣੇ ਲਿਆਂਦਾ ਅਤੇ ਉਹਨਾਂ ਦਾ ਮਾਣ ਸਨਮਾਨ ਵਧਾਇਆ। ਤਾਂ ਮੇਰਾ ਕਹਿਣ ਤੋਂ ਭਾਵ ਇਹ ਹੈ ਜੋ ਸੋਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਸੀ ਉਹੀ ਸੋਚ ਜਿਹੜੀ ਹੈ ਅੱਗੇ ਗੁਰਸਿੱਖਾਂ ਦੇ ਵਿੱਚ ਆਈ ਹੈ। ਤੇ ਜਿਹੜਾ ਆਪਣਾ ਵੀਰ ਸਿੰਘ ਹੈ ਨੌਜਵਾਨ, ਉਹ ਸਿੱਖ ਹੈ ਤੇ ਉਸਨੇ ਜੋ ਆਪਣੇ ਧਰਮ ਦੇ ਅੰਦਰ ਜੋ ਕਮਜ਼ੋਰੀਆਂ ਦੇਖੀਆਂ, ਮੈਂ ਪਹਿਲਾਂ ਵੀ ਇੱਕ ਗੱਲ ਕਹੀ ਸੀ, ਜਿਹੜੇ ਸਨਾਤਨ ਵਾਲੇ ਵੀਰ ਨੇ ਉਹ ਤੇ ਵੈਸੇ ਰੌਲਾ ਪਾਉਂਦੇ ਨੇ ਕਿਉਂਕਿ ਉਹਨਾਂ ਦੇ ਧਰਮ ਦੀਆਂ ਜਿੰਨੀਆਂ ਕਮਜ਼ੋਰੀਆਂ ਨੇ ਤੇ ਉਹ ਸਾਰਾ ਕੁਝ ਤੇ ਸਾਡੇ ਧਰਮ ਵਿੱਚ ਆ ਚੁੱਕਿਆ। ਜਿਹੜਾ ਮਨੂਵਾਦ ਉਹਨਾਂ ਕੋਲ ਸੀ, ਜੋ ਬ੍ਰਾਹਮਣਵਾਦ ਉਹਨਾਂ ਕੋਲ ਸੀ, ਉਹ ਸਾਰਾ ਤੇ ਸਿੱਖਾਂ ਵਿੱਚ ਆ ਚੁੱਕਿਆ। ਅਸੀਂ ਤੇ ਆਪਣਾ ਰੋਣਾ ਰੋਂਦੇ ਹਾਂ ਕਿ ਸਾਡੀ ਕੌਮ ਦੇ ਵਿੱਚ ਵੀ ਮਨੂਵਾਦ ਆ ਗਿਆ। ਕੱਲ੍ਹ ਦਾ ਜਿਹੜਾ ਵੈਸ਼ ਸੀ, ਜਿਹੜਾ ਜਿਸ ਨੂੰ ਬ੍ਰਾਹਮਣ ਸ਼ੂਦਰ ਕਹਿੰਦਾ ਸੀ, ਉਹ ਜਿਹੜਾ ਵੈਸ਼ ਵੀਰ ਹੈ ਸਾਡਾ, ਜਿਸ ਨੂੰ ਅਸੀਂ ਜੱਟ ਦੇ ਰੂਪ ਵਿੱਚ ਦੇਖਦੇ ਹਾਂ, ਅੱਜ ਉਹ ਜਦੋਂ ਸਿੱਖ ਬਣਿਆ ਤੇ ਉਹ ਗੁਰੂ ਨਾਨਕ ਦੇ ਘਰ ਦੇ ਵਿੱਚ ਹੀ ਬ੍ਰਾਹਮਣ ਬਣ ਕੇ ਬੈਠ ਗਏ। ਤਾਂ ਇਸ ਲਈ ਜਿਹੜਾ ਵੀਰ ਸਿੰਘ ਨੇ ਗਾਇਆ ਉਹ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਗਾਇਆ ਕਿਉਂਕਿ ਉਹ ਗੁਰੂ ਨਾਨਕ ਦਾ ਸਿੱਖ ਹੈ। ਤੇ ਜੇ ਬਾਵੇ ਨੇ ਲਿਖਿਆ ਵੀਰ ਸਿੰਘ ਨੇ ਤੇ ਗਾਇਆ ਉਹ ਰਣਜੀਤ ਬਾਵਾ ਨੇ ਗਾਇਆ। ਤੇ ਮੈਂ ਉਸ ਵਿੱਚ ਇਹ ਸਾਰਾ ਦੱਸਿਆ ਵੀ ਇਹਦੇ 'ਚ ਹੁਣ ਸਿਆਸਤ ਜਿਹੜੇ ਸਿਰਫ ਸਨਾਤਨ ਦੇ ਜਿਹੜੇ ਵੀਰ ਨੇ, ਸ਼ਿਵ ਸੈਨਾ ਵਾਲੇ ਹੋ ਗਏ, ਬਜਰੰਗ ਦਲ ਹੋ ਗਿਆ, ਉਹ ਆਪਣੀਆਂ ਕਮਜ਼ੋਰੀਆਂ ਨੂੰ ਨਹੀਂ ਦੇਖਦੇ। ਸਾਡਾ ਤੇ ਉਹਨਾਂ ਦਾ ਇੱਕ ਫਰਕ ਹੈ, ਅਸੀਂ ਸਿੱਖ ਇਸ ਗੱਲ ਨੂੰ ਸਵੀਕਾਰ ਕਰਦੇ ਹਾਂ, ਭਾਵੇਂ ਸਾਰੇ ਨਹੀਂ ਕਰਦੇ ਪਰ ਬਹੁ ਗਿਣਤੀ ਵਿੱਚ ਸਿੱਖ ਸਵੀਕਾਰ ਕਰਦੇ ਪਏ ਨੇ ਇਸ ਵਕਤ ਕਿ ਸਾਡੇ ਧਰਮ ਦੇ ਵਿੱਚ ਇਹ ਕਮਜ਼ੋਰੀਆਂ ਆ ਚੁੱਕੀਆਂ ਨੇ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਵੀ ਜਿਹੜਾ ਊਚ ਨੀਚ ਦੀ ਗੱਲ ਤਾਂ ਸਾਡੇ ਧਰਮ ਵਿੱਚ ਵੀ ਆ ਚੁੱਕੀ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਗੁਰਦੁਆਰੇ ਉਹ ਮੰਦਿਰਾਂ ਦੇ ਵਿੱਚ ਜਾ ਕੇ ਦੁੱਧ ਚੜਾਉਂਦੇ ਨੇ ਤੇ ਹਜ਼ਾਰਾਂ ਟਨ ਰੁੜਦੇ ਨੇ, ਤੇ ਸਿੱਖਾਂ ਦੇ ਵਿੱਚ ਵੀ ਕਿਹੜਾ ਘੱਟ ਹੈ, ਕਿਤੇ ਨਿਸ਼ਾਨ ਸਾਹਿਬ ਦੇ ਥੜੇ ਧੋਤੇ ਜਾ ਰਹੇ ਨੇ, ਕਿਤੇ ਫਰਸ਼ਾਂ ਦੇ ਉੱਤੇ ਇੰਨਾ ਦੁੱਧ ਰੋੜਿਆ ਜਾ ਰਿਹਾ ਤੇ ਉਹਨੂੰ ਇੱਕ ਧਾਰਮਿਕ ਰਸਮ ਬਣਾ ਕੇ ਬੈਠੇ ਨੇ ਸਿੱਖ। ਤਾਂ ਇਸ ਕਰਕੇ ਇਹ ਇੱਕ ਸੱਚਾਈ ਹੈ, ਇਹਨੂੰ ਸਾਨੂੰ ਅਡਾਪਟ ਕਰਨਾ ਚਾਹੀਦਾ ਹੈ। ਜਿਹੜੇ ਲੋਕ ਨਹੀਂ ਕਰਨਗੇ ਆਉਣ ਵਾਲੇ ਸਮੇਂ 'ਚ ਉਂਗਲਾਂ ਤੇ ਉੱਠਦੀਆਂ ਰਹਿਣਗੇ। ਭਾਈ ਸਾਹਿਬ ਜੀ, ਇੱਕ ਪੱਖ ਇਹ ਵੀ ਹੈ ਕਿ ਜੇ ਅਸੀਂ ਗੁਰੂ ਦੇ ਸਿੱਖਾਂ, ਗੁਰੂ ਸਿੱਖ ਧਰਮ ਨੂੰ ਅਸੀਂ ਮੰਨਣ ਵਾਲੇ ਲੋਕ ਹਾਂ ਤੇ ਸਾਡੇ ਜਿਹੜਾ ਗੁਰੂ ਸਾਹਿਬ ਨੇ, ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ, ਉਹਨਾਂ ਦੀ ਜਿਹੜੀ ਜੰਗ ਹੈ ਉਹ ਹਮੇਸ਼ਾ ਪਖੰਡਵਾਦ ਦੇ ਨਾਲ ਰਹੀ ਹੈ, ਬ੍ਰਾਹਮਣਵਾਦ ਦੇ ਨਾਲ ਰਹੀ ਹੈ। ਤੇ ਕਿਆ ਅਸੀਂ ਅੱਜ ਦੀ ਡੇਟ 'ਚ ਗੁਰੂ ਨਾਨਕ ਦੇਵ ਜੀ ਨੂੰ ਵੀ ਅਸੀਂ ਇਹ ਗੱਲ ਕਹਾਂਗੇ ਕਿ ਉਹ ਕਿਆ ਪਖੰਡਵਾਦ ਦੇ ਜਿਹੜੇ ਖਿਲਾਫ ਚੱਲਦੇ ਰਹੇ ਜਾਂ ਉਹ ਸੰਘਰਸ਼ ਕਰਦੇ ਰਹੇ, ਕਿਆ ਉਹ ਵੀ ਗਲਤ ਸਨ ਕਿਸੇ ਥਾਂ ਤੇ? ਹਾਂ, ਮੈਂ ਇਸੇ ਟਾਪਿਕ ਤੇ ਗੱਲ ਕੀਤੀ ਸੀ। ਇਹ ਜਿਹੜੇ ਲੋਕ ਅੱਜ ਉਂਗਲਾਂ ਉਠਾਉਂਦੇ ਨੇ, ਮੈਨੂੰ ਪਤਾ ਲੱਗਿਆ ਕਿ ਕੁਝ ਹਿੰਦੂ ਸੰਗਠਨ ਜਿਹੜੇ ਨੇ ਉਹਨਾਂ ਨੇ WhatsApp ਤੇ ਜਾ ਕੇ ਗਲਤ ਕਮੈਂਟ ਕੀਤੇ ਨੇ, ਲਿਖ ਕੇ ਪਾਇਆ
ਕਿ ਵੀ ਜਿੱਦਾਂ ਤੁਹਾਡੇ ਸਰੋਵਰ ਦੇ ਵਿੱਚ ਵੀ ਜਿਸ ਤਰ੍ਹਾਂ ਮੱਛੀਆਂ ਨੇ ਉਹ ਵੀ ਤਾਂ ਮੂਤ ਕਰਦੀਆਂ ਨੇ, ਤੁਸੀਂ ਗਾਂ ਮੂਤਰ ਦੀ ਗੱਲ ਕਰਦੇ ਹੋ, ਉਹਨਾਂ ਨੇ ਕੁਝ ਹੋਰ ਵੀ ਗੱਲਾਂ ਕੀਤੀਆਂ ਨੇ। ਲੇਕਿਨ ਮੈਂ ਗੱਲ ਕਰਦਾ ਠੀਕ ਹੈ, ਉਹ ਵੀ ਆਵਾਜ਼ ਇਸ ਗੱਲ ਦੀ ਆਵਾਜ਼ ਉਠਾਉਣਾ ਸਾਨੂੰ ਕੋਈ ਪ੍ਰੋਬਲਮ ਨਹੀਂ। ਅਸੀਂ ਇਹ ਸੋਚਦੇ ਹਾਂ ਕਿਸੇ ਥਾਂ ਤੇ ਅਸੀਂ ਵੀ ਗਲਤ ਹੋ ਗਏ ਕਿ ਅਸੀਂ ਇਹ ਪੇਸ਼ ਨਹੀਂ ਕਰ ਸਕੇ ਵੀ ਸਾਡਾ ਜਿਹੜਾ ਸਰੋਵਰ ਹੈ ਉਹਦੀ ਮਾਨਤਾ ਕਿਸ ਕਰਕੇ ਹੈ। ਕਿਉਂਕਿ ਜਿਹੜਾ ਹਰਮੰਦਰ ਸਾਹਿਬ ਦਾ ਉਹ ਸਰੋਵਰ ਹੈ ਉਹਦੀ ਮਾਨਤਾ ਇਸ ਕਰਕੇ ਸੀਗੀ, ਉੱਥੇ ਅੰਮ੍ਰਿਤਮਈ ਵਿਚਾਰ ਛੁਪੇ ਹੋਏ ਨੇ ਭਾਈ ਸਾਹਿਬ, ਉਹਦੇ ਵਿੱਚ ਅੰਮ੍ਰਿਤਮਈ ਵਿਚਾਰ ਛੁਪੇ ਹੋਏ ਨੇ। ਹੁਣ ਤੁਸੀਂ ਪੁੱਛੋਗੇ ਭਾਈ ਸਾਹਿਬ ਵਿਚਾਰ ਵੀ ਅੰਮ੍ਰਿਤ ਹੁੰਦੇ ਨੇ, ਅਸੀਂ ਬਾਣੀ ਨੂੰ ਅੰਮ੍ਰਿਤ ਕਿਉਂ ਕਹਿੰਦੇ ਹਾਂ? ਕਿਉਂਕਿ ਉਹਦੇ ਅੰਦਰ ਅੰਮ੍ਰਿਤਮਈ ਵਿਚਾਰ ਨੇ। ਸਰੋਵਰ ਇਸ ਕਰਕੇ ਸਾਡੇ ਧਰਮ ਨਾਲ ਜੁੜਿਆ। ਪਹਿਲੀ ਗੱਲ ਤੇ ਹੈ ਗੁਰੂ ਸਾਹਿਬ ਨੇ ਸਾਨੂੰ ਸਰੀਰ ਦੇ ਇਸ਼ਨਾਨ ਨਾਲ ਜੁੜਿਆ। ਸਰੀਰ ਦੇ ਵਿੱਚ ਜਦੋਂ ਬੰਦਾ ਸਵੱਛ ਹੋ ਕੇ ਕਿਤੇ ਅਸੀਂ ਧਾਰਮਿਕ ਸਥਾਨ ਤੇ ਜਾ ਕੇ ਉੱਥੇ ਨਹਾ ਧੋ ਕੇ ਅਵਿਸਲਾਪਣ ਖਤਮ ਹੁੰਦਾ, ਬੰਦਾ ਬੈਠ ਕੇ ਰੱਬ ਦਾ ਨਾਮ ਜਪਦਾ, ਸ਼ਾਂਤੀ ਪ੍ਰਾਪਤ ਹੁੰਦੀ। ਦੂਸਰੀ ਗੱਲ ਉਹਦੇ 'ਚ ਅੰਮ੍ਰਿਤ ਵਿਚਾਰ ਇਹ ਨੇ ਕਿ ਜਿਸ ਵਕਤ ਗੁਰੂ ਨਾਨਕ ਸਾਹਿਬ ਇਸ ਸੰਸਾਰ ਵਿੱਚ ਆਏ ਜਾਂ ਸਾਡੇ ਗੁਰੂ ਸਾਹਿਬ ਰਹੇ, ਉਸ ਵਕਤ ਛੂਤ ਛਾਤ ਜਿਹੜੀ ਆ ਊਚ ਨੀਚ ਬਹੁਤ ਜ਼ਿਆਦਾ ਸੀ। ਅੱਜ ਕਰੋਨਾ ਵਾਇਰਸ ਜਿਹੜਾ ਭਿਅੰਕਰ ਰੂਪ ਧਾਰਨ ਕਰਕੇ ਆਇਆ, ਤੇ ਮੈਂ ਅਗਲੀ ਵੀਡੀਓ 'ਚ ਕਿਹਾ ਸੀ ਵੀ ਇਹ ਕਰੋਨਾ ਜਿਹੜਾ ਛੂਤ ਛਾਤ ਦਾ ਤੇ ਹਜ਼ਾਰਾਂ ਸਾਲ ਪਹਿਲਾਂ ਸਾਡੇ ਕੋਲ ਹਿੰਦੁਸਤਾਨ ਵਿੱਚ ਹੈ। ਤੇ ਗੁਰੂ ਨਾਨਕ ਸਾਹਿਬ ਨੇ ਉਸ ਕਰੋਨਾ ਵਾਇਰਸ ਨੂੰ ਜਿਹੜਾ ਜਾਤ ਗੋਤ ਦੇ ਉੱਤੇ ਸੀਗਾ, ਉਹ ਇੰਨੀ ਭਿਅੰਕਰ ਬਿਮਾਰੀ ਸੀ, ਜਿੱਥੇ ਜਿਹੜਾ ਬ੍ਰਾਹਮਣ ਇਸ਼ਨਾਨ ਕਰਦਾ ਸੀ ਉੱਥੇ ਸ਼ੂਦਰ ਇਸ਼ਨਾਨ ਨਹੀਂ ਕਰ ਸਕਦਾ। ਜਿਸ ਥਾਂ ਤੂੰ ਬ੍ਰਾਹਮਣ ਪਾਣੀ ਪੀਂਦਾ ਸੀ, ਖੱਤਰੀ ਪਾਣੀ ਪੀਂਦਾ ਸੀ, ਸ਼ੂਦਰ ਪਾਣੀ ਨਹੀਂ ਸੀ ਪੀ ਸਕਦਾ। ਇੱਥੋਂ ਤੱਕ ਕਿ ਮਨੂ ਸਿਮਰਤੀਆਂ ਵਿੱਚ ਲਿਖਿਆ ਹੋਇਆ ਹੈ ਕਿ ਵੀ ਜਦੋਂ ਕਿਤੇ ਬ੍ਰਾਹਮਣ ਚਾਹਵੇ ਤੇ ਸ਼ੂਦਰ ਨੂੰ ਆਪਣਾ ਮੂੰਹ ਖੋਲ ਦੇਣਾ ਚਾਹੀਦਾ, ਉਹ ਥੁੱਕ ਵੀ ਸੁੱਟ ਸਕਦਾ ਹੈ। ਇਸਤਰੀ ਜਾਤ ਨੂੰ ਇੰਨਾ ਭੰਡਿਆ ਗਿਆ। ਤੇ ਗੁਰੂ ਸਾਹਿਬ ਨੇ ਉਹ ਸਰੋਵਰ ਇਸ ਕਰਕੇ ਬਣਾਏ ਸਨ ਕਿ ਭਈ ਤੁਸੀਂ ਇੱਥੇ ਆ ਕੇ ਇਕੱਠੇ ਇਸ਼ਨਾਨ ਕਰੋ। ਇਹ ਜਿਹੜਾ ਤੁਹਾਡਾ ਭਰਮ ਹੈ ਜਾਤ ਗੋਤ ਦਾ ਊਚ ਨੀਚ, ਇੱਥੇ ਖਤਮ ਕਰਕੇ ਇੱਕ ਭਰਾ ਬਣ ਜਾਓ। ਇਹ ਅੰਮ੍ਰਿਤਮਈ ਸੋਚ ਨਹੀਂ ਹੈ। ਅਸਲ ਵਿੱਚ ਅਸੀਂ ਇਹ ਗੱਲ ਦੁਨੀਆ ਨੂੰ ਦਿਖਾਣਾ ਸਾਨੂੰ ਚਾਹੀਦੀ ਸੀ, ਲੇਕਿਨ ਬਦਕਿਸਮਤੀ ਹੈ ਸਾਡਾ ਜਿਹੜਾ ਡੇਰਾਵਾਦ ਹੈ ਸਾਡੀ ਕੌਮ ਦੇ ਅੰਦਰ, ਉਹ ਬ੍ਰਾਹਮਣੀ ਸੋਚ ਨੇ ਸਾਨੂੰ, ਅਸੀਂ ਉਹਨਾਂ ਦੇ ਹਰਿਦੁਆਰ ਦੀ ਤਰ੍ਹਾਂ ਹੀ ਤੇ ਉਹ ਗੰਗਾ ਦੀ ਤਰ੍ਹਾਂ ਹੀ ਅਸੀਂ ਆਪਣੇ ਜਲ ਨੂੰ ਦੁਨੀਆ ਦੇ ਸਾਹਮਣੇ ਰੱਖਿਆ। ਤੇ ਉਸ ਕਰਕੇ ਅੱਜ ਸਾਡੇ ਤੇ ਸਵਾਲ ਉੱਠਦੇ ਨੇ, ਸਾਨੂੰ ਆਪਣੇ ਆਪ ਤੇ ਝਾਤੀ ਮਾਰਨੀ ਚਾਹੀਦੀ ਭਾਈ ਸਾਹਿਬ। ਭਾਈ ਸਾਹਿਬ ਜੀ, ਜਿੱਦਾਂ ਕਿ ਠੀਕ ਹੈ ਮਨੂ ਸਿਮਰਤੀ ਦੀ ਤੁਸੀਂ ਗੱਲ ਕੀਤੀ ਹੈ, ਉਹਨਾਂ ਦੇ ਲੋਕਾਂ ਦੀ ਕੋਈ ਆਸਾ ਕਿਸੇ ਥਾਂ ਤੇ ਕਿਸੇ ਤਰੀਕੇ ਦੀ ਜੁੜੀ ਹੈ, ਜਾਂ ਉਹਨਾਂ ਨੂੰ ਜੋ ਵੀ ਉਦੇਸ਼ ਦਿੱਤੇ ਗਏ ਨੇ ਉਦੋਂ ਉਹਨਾਂ ਨੂੰ ਮੁਬਾਰਕ। ਲੇਕਿਨ ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜੋ ਗੁਰੂ ਨਾਨਕ ਦੇ ਸਿੱਖ ਤੇ ਖਾਉਂਦੇ ਨੇ ਲੇਕਿਨ ਪਖੰਡਵਾਦ ਤੇ ਪਿਆਰਾ ਦੇ ਰਹੇ ਨੇ। ਉਹਨਾਂ ਲੋਕਾਂ ਦੇ ਬਾਰੇ ਕੀ ਕਹੋਗੇ ਜਿਹੜੇ ਕਹਿੰਦੇ ਪਏ ਨੇ ਕਿ ਵੀ ਤੁਸੀਂ ਇਹਨਾਂ ਬਾਬਤ ਦੀ ਗੱਲ ਕਰ ਲਓ ਜਾਂ ਲਖਾ ਸਿਧਾਣੇ ਦੀ ਗੱਲ ਕਰੋ, ਇਹਨਾਂ ਤੇ ਵੀ ਕਿੰਤੂ ਪ੍ਰੰਤੀਆਂ ਹੋ ਰਹੇ ਨੇ, ਜਦ ਕਿ ਉਹਨਾਂ ਨੇ ਕੋਈ ਐਸੀਆਂ ਗੱਲਾਂ ਮੈਨੂੰ ਲੱਗਦੀਆਂ ਨਹੀਂ। ਹੋ ਸਕਦਾ ਉਹਨਾਂ ਦੇ ਕੋਈ ਠੇਸ ਪਹੁੰਚੀ ਹੋਵੇ, ਲੇਕਿਨ ਉਹ ਇਸ ਚੀਜ਼ ਨੂੰ ਸਪਸ਼ਟ ਕਰਨ ਔਰ ਤੁਸੀਂ ਇਸ ਚੀਜ਼ ਨੂੰ ਸਪਸ਼ਟ ਕਰੋ ਕਿ ਕਿਹੜੀ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਚੁਭੀਆਂ। ਉਹਨਾਂ ਜਿਹੜੇ ਗੁਰੂ ਨਾਨਕ ਦੇ ਸਿੱਖ ਨੇ ਜਿਹੜੇ ਪਖੰਡਵਾਦ ਤੋਂ ਪੈਰਾ ਉਹਨਾਂ ਨੂੰ ਦੇਣਾ ਚਾਹੀਦਾ ਸੀਗਾ, ਉਹਨਾਂ ਨੂੰ ਉਹਦੀ ਵਿਰੋਧਤਾ ਕਰਨੀ ਚਾਹੀਦੀ। ਇਹ ਲੋਕ ਉਹਦੇ ਬਾਵੇ ਦੇ ਜੋ ਪਖੰਡਵਾਦ ਦੇ ਹੱਕ ਵਿੱਚ ਕਿੱਦਾਂ ਆ ਗਏ ਜੀ? ਹਾਂਜੀ, ਉਹਦਾ ਕਾਰਨ ਇਹ ਹੈ, ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਜਿਹੜਾ ਡੇਰਾਵਾਦ ਹੈ ਪੰਜਾਬ ਦਾ, ਉਹਦੇ ਵਿੱਚ ਉਹਦੀ ਸਿੱਖੀ ਵੀ ਇੱਕ ਵੱਖਰੀ ਹੈ। ਕਿਉਂਕਿ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਵੀ ਗੁਰੂ ਨਾਨਕ ਸਾਹਿਬ ਨੂੰ ਦੇਖਣਾ ਹੋਵੇ, ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਦੇਖਣਾ ਹੋਵੇ, ਤੇ ਫਿਰ ਸਾਨੂੰ ਕਰਤਾਰਪੁਰ ਦੇਖਣਾ ਹੋਵੇਗਾ ਭਾਈ ਸਾਹਿਬ। ਤੇ ਕਰਤਾਰਪੁਰ ਦੇ ਵਿੱਚ ਜਿਹੜੀ ਉਹ ਸਿੱਖੀ ਜਿਹੜੀ ਹੈ ਫਲਦੀ ਫੁੱਲਦੀ ਹੈ, ਕਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਹਲ ਪਾਉਂਦੇ ਨੇ, ਕਿਸ ਤਰ੍ਹਾਂ ਸ਼ਾਮ ਨੂੰ ਜਾ ਕੇ ਧਰਮਸ਼ਾਲਾ ਦੇ ਵਿੱਚ ਲੋਕਾਂ ਨੂੰ ਗੁਰਬਾਣੀ ਨਾਲ ਜੋੜਦੇ ਨੇ, ਸਿੱਖੀ ਤੇ ਇਸ ਤਰ੍ਹਾਂ ਦੀ ਸੀ। ਪਰ ਸਾਡੇ ਧਰਮ ਵਿੱਚ ਡੇਰਾਵਾਦ ਨੇ, ਮਨੂਵਾਦੀ ਸੋਚ ਲੈ ਕੇ ਆ ਗਏ ਨੇ, ਤੇ ਸਾਡੀ ਨੌਜਵਾਨ ਪੀੜ੍ਹੀ ਵਿੱਚ ਉਹ ਸੋਚ ਚਲੇ ਗਈ ਹੈ। ਅੱਜ ਉਹ ਲੱਖਾ ਸਿਧਾਣਾ ਨੇ ਕੱਲ੍ਹ ਇੰਟਰਵਿਊ ਵਿੱਚ ਸਿਰਫ ਇੱਕ ਇੰਨੀ ਗੱਲ ਕਹੀ ਹੈ ਕਿ ਭਾਈ ਜੇ ਅਸੀਂ ਉਹਨਾਂ ਤੇ ਉਂਗਲ ਉਠਾਉਂਦੇ ਹਾਂ ਤੇ ਸਾਡੇ ਅੰਦਰ ਵੀ ਇਹੋ ਜਿਹੀਆਂ ਪ੍ਰੋਬਲਮਾਂ ਹੈਗੀਆਂ ਨੇ ਵੀ ਜਿੱਦਾਂ ਅਸੀਂ ਦੁੱਧ ਰੋੜਦੇ ਹਾਂ ਗੁਰਦੁਆਰਿਆਂ ਦੇ ਵਿੱਚ, ਤੇ ਜਿਸ ਤਰ੍ਹਾਂ ਅਸੀਂ ਵੀ ਛੂਤ ਛਾਤ ਤਾਂ ਸਾਡੇ ਵਿੱਚ ਵੀ ਹੈ। ਉਸ ਤੋਂ ਬਾਅਦ ਵੀ ਜਿੱਦਾਂ ਅਸੀਂ ਹਰਮੰਦਰ ਸਾਹਿਬ ਦੇ ਵਿੱਚ ਜਿੰਨਾ ਮਤਲਬ ਲੱਖਾਂ ਰੁਪਏ ਦੇ ਰੋਜ਼ ਜੁਰਮਾਲੇ ਲੋਕ ਲੈ ਕੇ ਉੱਥੇ ਚੜਾਉਂਦੇ ਨੇ, ਉਹ ਕਿੰਨੀ ਵੇਸਟਿੰਗ ਹੈ। ਹੁਣ ਉਸ ਗੱਲ ਦੇ ਉੱਤੇ ਵਾਦ ਵਿਵਾਦ ਉਠਾ ਦੇਣਾ। ਗੁਰੂ ਗ੍ਰੰਥ ਸਾਹਿਬ ਪਰਮਾਤਮਾ ਸਰੂਪ ਨੇ, ਉਹਨਾਂ ਦਾ ਜਿੰਨਾ ਸਤਿਕਾਰ ਕਰੀਏ ਉਨਾ ਘੱਟ ਹੈ। ਪਰ ਸਤਿਕਾਰ ਸਭ ਤੋਂ ਵੱਡਾ ਇਹ ਹੁੰਦਾ ਕਿ ਜੇ ਤੁਸੀਂ ਹਰਮੰਦਰ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਗੱਲ ਕਰੋਗੇ ਤੇ ਪੂਰੀ ਦੁਨੀਆ ਵਿੱਚ ਜਿੰਨੇ ਗੁਰਦੁਆਰੇ ਨੇ, ਸਾਡੇ ਪੰਜਾਬ ਦੇ ਪਿੰਡਾਂ ਵਿੱਚ ਗੁਰਦੁਆਰੇ ਨੇ, ਸਾਡੇ ਜੰਮੂ ਕਸ਼ਮੀਰ ਦੇ ਅੰਦਰ ਗੁਰਦੁਆਰੇ ਨੇ, ਜਿੱਥੇ ਤੇ ਸੇਵਾ ਸੰਭਾਲ ਸਹੀ ਤਰੀਕੇ ਨਾਲ ਹੋ ਨਹੀਂ ਹੈ, ਰਮਾਲੇ ਪੂਰੇ ਨਹੀਂ ਹੋ ਰਹੇ, ਉੱਥੇ ਇੰਨੇ ਪੈਸੇ ਨੇ ਕਿ ਵਧੀਆ ਤਰੀਕੇ ਨਾਲ ਸੁਖਾਸਨ ਦਾ ਕਮਰਾ ਹੋਵੇ। ਤੇ ਸਾਨੂੰ ਚਿੰਤਾ ਸਿਰਫ ਦਰਬਾਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਥੇ ਪ੍ਰਕਾਸ਼ ਨੇ ਉੱਥੇ ਤੇ ਸਤਿਕਾਰ ਮਾਣ ਬਹੁਤ ਹੈ। ਸਿਰਫ ਇੰਨੀ ਗੱਲ ਇਹ ਸਿਧਾਣਾ ਸਾਹਿਬ ਨੇ ਕਹੀ ਹੈ ਕਿ ਭਾਈ ਗੱਲ ਇਸ ਤਰ੍ਹਾਂ ਵੀ ਜਿਹੜੇ ਲੱਖਾਂ ਰੁਪਇਆ ਅਸੀਂ ਰੁਮਾਲਿਆਂ ਤੇ ਖਰਚ ਕਰਦੇ ਹਾਂ, ਅਸੀਂ ਇੱਕ ਸਿਸਟਮ ਬਣਾਈਏ ਜਿੰਨਾ ਜ਼ਰੂਰਤ ਹੈ ਉਨਾ ਹੀ ਕਰੀਏ, ਬਾਕੀ ਪੈਸਾ ਜਿਹੜਾ ਧਰਮ ਦੇ ਪ੍ਰਚਾਰ ਤੇ ਲਾਈਏ। ਕਿੰਨੀ ਕਮਾਲ ਸੋਚ ਹੈ ਉਸ ਬੰਦੇ ਦੀ। ਤੇ ਸਾਡੇ ਵੀਰ ਜਾ ਕੇ ਉਹਦੇ ਖਿਲਾਫ ਜੇ ਉਹਨੂੰ ਟੈਲੀਫੋਨ ਕਰਕੇ ਤੇ ਉਹਦੇ ਨਾਲ ਬਦਤਮੀਜ਼ੀ ਕਰਦੇ ਹਨ ਭਾਈ ਸਾਹਿਬ, ਇਹ ਗਲਤ ਗੱਲ ਹੈ। ਭਾਈ ਸਾਹਿਬ ਗੱਲ ਕਰਦੇ ਹਾਂ ਲੱਖਾ ਸਿਧਾਣਾ ਦੀ, ਜੋ ਕਿ ਪਿਛੋਕੜ ਦਾ ਕੁਝ ਗੈਂਗਸਟਰ ਵਰਗਾ ਰਿਹਾ ਹੋ ਸਕਦਾ ਹੈ। ਹਰ ਕਿਸੇ ਦਾ ਕੋਈ ਨਾ ਕੋਈ ਪਿਛੋਕੜ ਪਾਸ ਫਿਊਚਰ ਹੁੰਦਾ ਹੀ ਹੈ।
ਉਸ ਕੀ ਹੋਇਆ, ਉਹਨੇ ਆਪਣੀ ਇੱਕ ਸਵੈ ਜਿਹੜੀ ਜੀਵਨੀ 'ਚ ਉਹਨੇ ਦੱਸਿਆ ਸੀ ਕਿ ਵੀ ਮੇਰੇ ਉਹਦੇ ਪਿੱਛੇ ਵੀ ਕੋਈ ਜਿਹੜੇ ਸਿਆਸੀ ਲੋਕਾਂ ਦਾ ਹੱਥ ਸੀ, ਜਿਹੜਾ ਨੇ ਮੈਨੂੰ ਗੈਂਗਸਟਰ ਵਾਲੇ ਪਾਸੇ ਧੱਕਿਆ ਸੀ। ਅੱਜ ਉਹ ਮੁੜ ਜਿਹੜੇ ਆਪਣੇ ਦੁਆਰਾ ਆਪਣੇ ਘਰ ਦੇ ਵਿੱਚ ਆਉਣਾ ਚਾਹੁੰਦਾ ਹੈ। ਔਰ ਉਸਨੇ ਦੱਸਿਆ ਕਿ ਮੈਂ ਇੱਕ ਕਿਤਾਬ ਪੜ੍ਹੀ ਸੀ, ਇੱਕ ਕਿਤਾਬ ਪੜ੍ਹਨ ਦੇ ਕਰਕੇ ਉਹਦੇ 'ਚ ਇੰਨਾ ਅਸਰ ਹੋ ਗਿਆ। ਤੇ ਜਿਹੜੇ ਗੁਰੂ ਨਾਨਕ ਦੇਵ ਦੇ ਸਿੱਖ ਜਿਹੜਾ ਅਖਾਉਂਦੇ ਨੇ ਔਰ ਇਹਦੀ ਵਿਰੋਧਤਾ ਵੀ ਕਰ ਰਹੇ ਨੇ, ਕਿਆ ਉਹਨਾਂ ਦਾ ਫਰਜ਼ ਨਹੀਂ ਬਣਦਾ ਕਿ ਗੁਰੂ ਸਾਹਿਬ 'ਚ ਇਤਨਾ ਬ੍ਰਹਮੰਡ ਮਤਲਬ ਸਾਰਾ ਜਿਹੜਾ ਸ੍ਰਿਸ਼ਟੀ ਹੈ ਉਹਨਾਂ ਦੇ ਰਚੀ ਹੋਈ ਹੈ ਮਹਾਰਾਜ ਦੇ, ਉਹ ਸਾਰਾ ਕੁਝ ਉਹਦੇ 'ਚ ਸਾਨੂੰ ਸਿੱਖਣ 'ਚੋਂ ਮਿਲਦਾ ਹੈ। ਤਾਂ ਕਿਆ ਕੁਝ ਗੱਲਾਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਬਿਠਾ ਕੇ ਉਹਨੂੰ ਸੇਧ ਨਹੀਂ ਦੇ ਸਕਦੇ ਔਰ ਉਹਨੂੰ ਕਿਆ ਘਰ ਵਾਪਸੀ ਵਾਸਤੇ ਉਪਰਾਲਾ ਨਹੀਂ ਕਰ ਸਕਦੇ? ਬਿਲਕੁਲ ਠੀਕ ਹੈ ਭਾਈ ਸਾਹਿਬ। ਗੱਲ ਇਸ ਤਰ੍ਹਾਂ, ਤੁਸੀਂ ਲੱਖਾ ਸਿਧਾਣਾ ਦੇ ਜਿਹੜੇ ਕੰਮ ਦੇਖੋਗੇ ਵੀ ਜਿੰਨੇ ਸਮੇਂ ਤੋਂ ਉਹ ਬਾਹਰ ਆਏ ਦਾ ਇੰਨੇ ਵਧੀਆ ਕੰਮ ਕਰ ਰਿਹਾ। ਉਹ ਜਿੰਨੀਆਂ ਵੀ ਪੰਥਕ ਜਥੇਬੰਦੀਆਂ ਨੇ ਉਹਦੇ ਉਹਨਾਂ ਨਾਲ ਰਲ ਕੇ ਉਹ ਕੌਮੀ ਕੰਮ ਕਰ ਰਿਹਾ। ਉਹਦੀ ਸੋਚ ਬਹੁਤ ਕਮਾਲ ਦੀ, ਪੰਜਾਬੀਅਤ ਦੀ ਗੱਲ ਕਰ ਰਿਹਾ, ਪੰਜਾਬੀ ਦੀ ਗੱਲ ਕਰ ਰਿਹਾ, ਸਿੱਖਾਂ ਦੇ ਹੱਕਾਂ ਦੀ ਗੱਲ ਕਰ ਰਿਹਾ, ਸਿੱਖਾਂ ਨਾਲ ਜੋ ਪਿਛਲੇ ਸਮਿਆਂ ਦੇ ਵਿੱਚ ਗਲਤ ਹੋਇਆ ਉਹਦੀ ਗੱਲ ਕਰਦਾ ਪਿਆ। ਤਾਂ ਮੈਂ ਸਾਰੇ ਜਿੰਨੇ ਵੀ ਵੀਰ ਲੋਕ ਸੁਣਦੇ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ, ਲੱਖਾ ਸਿਧਾਣਾ ਵਰਗੇ ਹੀਰੇ ਲੋਕ ਬਹੁਤ ਕੀਮਤੀ ਲੋਕ ਨੇ। ਤੁਸੀਂ ਉਹ ਕਲੀਨ ਸ਼ੇਪ ਹੈ ਤੇ ਉਹ ਸਾਡੇ ਲੋਕਾਂ ਦੇ ਕਾਰਨ ਕਰਕੇ ਵੀ ਜਿਹੜੇ ਧਰਮੀ ਲੋਕ ਨੇ, ਜਿਹੜੇ 14,000 ਡੇਰਾ ਪੰਜਾਬ ਦੇ ਵਿੱਚ ਉਹਨਾਂ ਨੇ ਪ੍ਰਚਾਰ ਨਹੀਂ ਕੀਤਾ ਸਿੱਖੀ ਦਾ, ਸਿਰਫ ਆਪਣੇ ਪੇਟ ਤੱਕ ਸੀਮਤ ਰਹੇ। ਜੇ ਆਪਣੇ ਬੱਚਿਆਂ ਨੂੰ ਔਖਾ ਸਮਾਂ ਸੀ 84 ਦੇ ਬਾਅਦ ਦਾ, ਪੁਲਿਸ ਨੇ ਤਸ਼ੱਦਦ ਕੀਤਾ, ਪੁਲਿਸ ਦੇ ਡਰ ਕਰਕੇ ਕਈ ਵਾਰ ਬੱਚੇ ਉਸ ਪਾਸੇ ਚਲੇ ਗਏ ਨੇ। ਜੇ ਇਹ ਬੱਚੇ ਸਾਬਤ ਸੂਰਤ ਹੁੰਦੇ ਜਿਸ ਤਰ੍ਹਾਂ ਲੱਖਾ ਸਿਧਾਣਾ ਦਾ ਜਿਸ ਤਰ੍ਹਾਂ ਜਜ਼ਬਾ ਹੈ ਤੇ ਮਾਰ ਦੇਣਾ ਸੀ ਪੁਲਿਸ ਨੇ। ਤੇ ਜੇ ਉਹ ਸਾਡੇ ਕੋਲ ਇਹੋ ਜਿਹੇ ਬੱਚੇ ਹੋਏ ਨੇ, ਉਹਨਾਂ ਨੂੰ ਬਚਾਈਏ, ਉਹਨਾਂ ਨੂੰ ਸਮਝਾ ਕੇ ਫਿਰ ਘਰ ਵਾਪਸੀ ਕਰਦੇ। ਕੱਲ੍ਹ ਉਹ ਜਦੋਂ ਸਾਬਤ ਸੂਰਤ ਬਣ ਗਿਆ ਤਾਂ ਉਹ ਬਹੁਤ ਹੋਰ ਇੰਪੋਰਟੈਂਟ ਹੋ ਜਾਏਗਾ, ਪਰ ਉਹਨੂੰ ਖਤਰਾ ਵੀ ਉਨਾ ਹੀ ਵਧਣਾ ਕਿ ਜੇ ਕੌਮ ਨੇ ਨਾ ਸੰਭਾਲਿਆ ਤੇ ਏਜੰਸੀਆਂ ਨੇ ਮਰਵਾ ਦੇਣਾ। तो इसलिए लखा सिधाना बहुत कीमती, पंजाब वास्ते बहुत कीमती है, सियासी लोगों वास्ते हो सकता हो, कौम वास्ते बहुत कीमती है। ठीक है भाई साहब, तुहाडी इस गल तो एक गल होर नाल जुड़दी है, जिवें कि उन्होंने कहा कि इनू सिख बन जाना चाहिए, केसाधारी हो जाना चाहिए। ठीक है, केसाधारी होना एक बहुत वड्डी गल है। गुरु साहब का सानू हुक्म भी है वो साफ सूरत रहन का। तो एक पासे हो सकता वो मन च कोई की चल रहा की नहीं चल रहा, हो सकता घर वापस आना चाहता है, ਉਹਦੇ ਕੋਈ ਪ੍ਰੋਬਲਮ ਚੱਲ ਰਹੀ ਹਨ, ਉਹ ਘਰ ਵਾਪਸੀ ਦੀ ਤਿਆਰੀ ਕਰ ਰਿਹਾ, ਆ ਵੀ ਸਕਦਾ ਹੈ। ਲੇਕਿਨ ਜਿਹੜੇ ਲੋਕ ਜਾਂ ਗੈਂਗਸਟਰ ਪਹਿਲੇ ਘਰ ਵਾਪਸੀ 'ਚ ਆਏ ਨੇ, ਜਿੱਦਾਂ ਕਿ ਇੱਕ ਵਿੱਕੀ ਕਾਊਂਟਰ ਕਰਕੇ ਜਿਹੜਾ ਇੱਕ ਗੈਂਗਸਟਰ ਸੀ, ਉਹਨਾਂ ਪੁਲਿਸ ਵੱਲੋਂ ਇਨਕਾਊਂਟਰ ਵੱਲੋਂ ਬਾਅਦ 'ਚ ਉਹਨੂੰ ਮਾਰ ਦਿੱਤਾ ਗਿਆ ਸੀ। ਤਾਂ ਪਹਿਲੇ ਉਹ ਜਦੋਂ ਕਰੀਮ ਸ਼ੇਵਰ ਰਿਹਾ, ਗੈਂਗਸਟਰ ਰਿਹਾ, ਉਹਦੇ 'ਤੇ ਕੁਛ ਇਹੋ ਜਿਹੀ ਗੱਲ ਬਾਤਾਂ ਨਹੀਂ ਹੋਈਆਂ, ਉਹਦੇ ਜੀਵਨ 'ਤੇ ਕੋਈ ਇਹਨਾਂ ਖਤਰਾ ਨਹੀਂ ਮੰਡਰਾਇਆ, ਆਪਸੀ ਲੜਾਈਆਂ ਝਗੜੀਆਂ ਰਹੀਆਂ, ਲੇਕਿਨ ਪ੍ਰਸ਼ਾਸਨ ਗੌਰਮੈਂਟ ਵੱਲੋਂ ਉਹਦੇ ਨਾਲ ਕੋਈ ਐਸਾ ਵਹਿ ਵਿਰੋਧ ਇਹਨਾਂ ਨਹੀਂ ਰਿਹਾ। ਜੈਸੇ ਹੀ ਉਹ ਕੇਸਾਧਾਰੀ ਹੋ ਜਾਂਦਾ, ਉਸ ਪੰਥਕ ਸੋਚ ਦੇ ਨਾਲ ਜਿਹੜੇ ਉਹ ਇਸ ਰਾਹ 'ਤੇ ਤੁਰਨ ਦੀ ਕੋਸ਼ਿਸ਼ ਕਰਦਾ ਤੇ ਕੁਛ ਹੀ ਮਹੀਨਿਆਂ ਵਿੱਚ ਉਹ ਮਾਰਿਆ ਜਾਂਦਾ। ਇਸੇ ਕਰਕੇ ਇਸੇ ਤਰ੍ਹਾਂ ਇੱਕ ਹੋਰ ਨੌਜਵਾਨ ਸੀ ਜਿਹੜਾ ਜੇਲ੍ਹ ਦੇ ਵਿੱਚ ਗੈਂਗਸਟਰ ਹੈ, ਉਹ ਕਲੀਨ ਸ਼ੇਵਰ ਸੀ। ਅਤੇ ਜਦੋਂ ਉਹ ਹੁਣ ਕੇਸਾਧਾਰੀ ਹੋ ਗਿਆ, ਉਸ ਤੋਂ ਬਾਅਦ ਉਸ ਨੂੰ ਇੱਕੋ ਪੇਸ਼ੀ ਦੇ ਵਿੱਚ ਜਿਹੜੇ ਮੀਡੀਆ ਨੇ ਉਹਨੂੰ ਸਵਾਲ ਕੀਤੇ ਕਿ ਵੀ ਕੇਸਾਧਾਰੀ ਤੁਸੀਂ ਹੋ ਗਏ, ਤਾਂ ਉਸਨੇ ਕਿਹਾ ਕਿ ਅਕਾਲ ਪੁਰਖ ਦਾ ਭਾਣਾ ਹੈ, ਜੋ ਸੇਵਾ ਉਹਨਾਂ ਮੇਰੇ ਕੋਲ ਲੈਣੀਆਂ ਉਹ ਲੈ ਲੈਣੀਆਂ। ਅਤੇ ਉਸ ਤੋਂ ਬਾਅਦ ਉਸ ਦਾ ਕੋਰਟ ਵਿੱਚ ਆਉਣਾ ਉਹਨਾਂ ਨੇ ਬਿਲਕੁਲ ਪਾਬੰਦੀ ਲਾ ਦਿੱਤੀ। ਉਹ ਵੀਡੀਓ ਕਾਨਫਰੰਸਿੰਗ ਕਰਕੇ ਉਸਦੀਆਂ ਤਰੀਕਾਂ ਪੈਂਦੀਆਂ ਨੇ। ਅਤੇ ਕਿਆ ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਲੋਕ ਇਹ ਗੱਲਾਂ ਤੇ ਕਰਦੇ ਨੇ ਕਿ ਉਹਨੂੰ ਕੇਸਾਧਾਰੀ ਹੋ ਜਾਣਾ ਚਾਹੀਦਾ, ਤਾਂ ਕਿਆ ਉਸ ਜਦੋਂ ਉਹ ਕੇਸਾਧਾਰੀ ਹੋ ਜਾਏਗਾ, ਕਿਆ ਉਹਦੇ ਨਾਲ ਉਹ ਸਪੋਰਟ ਸਮਰਥਨ ਕਰਨਗੇ, ਉਹਦੀ ਜਾਨ ਮਾਲ ਦੀ ਰਾਖੀ ਵਾਸਤੇ ਕਿਆ ਉਹਦੇ ਨਾਲ ਸਹਾਇਤਾ ਕਰਨਗੇ? ਹਾਂ, ਮੈਂ ਇਹੀ ਗੱਲ ਕਹਿਣਾ। ਕਾਰਨ ਕੀ ਹੈਗਾ ਕਿ ਇਸ ਵਕਤ ਜਿਹੜੀ ਸਾਡੀ ਸਿਆਸਤ ਹੈ ਪੰਜਾਬ ਦੀ, ਸਾਡੇ ਜਿਹੜੇ ਪੰਥਕ ਆਗੂ ਅਖਾਉਂਦੇ ਸਨ, ਉਹ ਸਾਰਿਆਂ ਦੇ ਹਾਲਾਤ ਆਪਾਂ ਦੇਖ ਚੁੱਕੇ ਹਾਂ ਕਿ ਕਿੰਨੇ ਪੰਥਕ ਨੇ। ਅਤੇ ਜਿਹੜਾ ਨੌਜਵਾਨ ਉਹਨਾਂ ਦੇ ਹੱਕ ਵਿੱਚ ਹੈ, ਜੋ ਉਹਨਾਂ ਦੀ ਗੱਲ ਕਰਦਾ ਹੈ, ਉਸ ਦੀ ਤੇ ਉਹ ਸਹਾਇਤਾ ਕਰਨਗੇ। ਪਰ ਇਹੋ ਜਿਹੇ ਜਿਹੜੇ ਨਿਡਰ ਲੋਕ ਨੇ, ਇਹੋ ਜਿਹੇ ਲੱਖਾ ਸਿਧਾਣਾ ਵਰਗੇ ਹੋ ਗਏ। ਹੁਣ ਵਿੱਕੀ ਕਾਊਂਟਰ ਦੀ ਤੁਸੀਂ ਆਪੋ ਗੱਲ ਕੀਤੀ ਹੈ ਵੀ ਜਦੋਂ ਉਹ ਸਾਬਤ ਸੂਰਤ ਹੋਇਆ, ਜਦੋਂ ਉਹ ਏਜੰਸੀਆਂ ਦੀਆਂ ਨਜ਼ਰਾਂ ਦੇ ਵਿੱਚ ਉਹਨਾਂ ਨੂੰ ਲੱਗਿਆ ਵੀ ਪਹਿਲਾਂ ਤਾਂ ਚਲੋ ਕਲੀਨ ਸ਼ੇਪ ਹੋਊਗਾ ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਪਈ, ਉਸ ਰੂਪ ਵਿੱਚ ਜੋ ਮਰਜ਼ੀ ਕਰੀ ਜਾਵੇ। ਜਦੋਂ ਕੋਈ ਸਿੱਖ ਬਣ ਜਾਂਦਾ ਏਜੰਸੀਆਂ ਨੂੰ ਉਹ ਰੜਕਦਾ, ਕਿਉਂਕਿ ਏਜੰਸੀਆਂ ਸਾਡਾ ਇਤਿਹਾਸ ਜਾਣਦੀਆਂ ਨੇ ਕਿ ਵੀ ਇਹ ਜਦੋਂ ਖੜੇ ਹੋ ਜਾਂਦੇ ਨੇ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ। ਇਸ ਲਈ ਸਾਡੇ ਤੇ ਦੁਸ਼ਮਣ ਜਿਹੜਾ ਉਹ ਸਾਹਮਣੇ ਖੜਾ ਹੈ। ਲੇਕਿਨ ਇਹ ਕਿ ਜਿਹੜੀ ਹੁਣ ਇਹ ਪੀੜ੍ਹੀ ਹੈ, ਜੇ ਬੱਚੇ ਸਾਡੇ ਘਰ ਵਾਪਸੀ ਕਰਦੇ ਨੇ, ਤੇ ਗੱਲ ਤੇ ਇਹ ਜ਼ਿੰਮੇਵਾਰੀ ਜਿਹੜੇ ਪੰਥਕ ਕਮਾਉਂਦੇ ਨੇ ਉਹਨਾਂ ਦੀ ਬਣਦੀ ਹੈ ਵੀ ਇਹਨਾਂ ਦੀ ਸੁਰੱਖਿਆ ਕਿੱਦਾਂ ਕਰਨੀ ਹੈ। ਜਿਹੜੇ ਸਿੱਖੀ ਦੇ ਦੁਸ਼ਮਣ ਨੇ, ਜਿਹੜੇ ਨਹੀਂ ਚਾਹੁੰਦੇ ਸਿੱਖੀ ਰੂਪ ਨੂੰ ਬਰਦਾਸ਼ਤ ਕਰਦੇ ਨੇ, ਉਹ ਤਾਂ ਹਰ ਤਰੀਕੇ ਤੇ ਹਿਲੇ ਕਰਦੇ ਨੇ ਕਿ ਇਹੋ ਜਿਹੇ ਬੱਚਿਆਂ ਨੂੰ ਖਤਮ ਕਰ ਦਿੱਤਾ ਜਾਏ। ਤਾਂ ਇਸ ਲਈ ਭਾਈ ਸਾਹਿਬ ਸਾਨੂੰ ਇਹਨਾਂ ਮੁੱਦਿਆਂ ਦੇ ਉੱਤੇ ਸੋਚਣਾ ਪਵੇਗਾ, ਬੈਠ ਕੇ ਗੱਲਬਾਤ ਕਰਨੀ ਪਵੇਗੀ, ਤਾਂ ਹੀ ਗੱਲ ਬਣਨੀ ਹੈ।
ਵੈਸੇ ਤਾਂ ਜਿਹੜਾ ਮੁੱਦਾ ਇਸ ਵੇਲੇ ਚੱਲ ਰਿਹਾ, ਇਸ ਮੁੱਦੇ ਤੇ ਇਸ ਵੇਲੇ ਜ਼ਰੂਰਤ ਨਹੀਂ ਸੀ। ਸਾਡੇ ਆਗੂ ਜਾਂ ਇਹਨਾਂ ਲੋਕਾਂ ਜਿਹੜੇ ਪੰਥਕ ਅਖਾਉਂਦੇ ਨੇ, ਇਹਨਾਂ ਨੇ ਇਸ ਮੁੱਦੇ ਨੂੰ ਹਵਾ ਦਿੱਤੀ ਹੈ। ਇਸ ਵੇਲੇ ਗੁਰੂ ਦਾ ਸਿੱਖ ਜਿਹੜਾ ਉਹ ਸਿਰਫ ਤੇ ਸਿਰਫ ਸੇਵਾ ਭਾਵਨਾ ਵਿੱਚ ਲੱਗਿਆ, ਲੰਗਰ 'ਚ ਲੱਗਿਆ ਹੈ। ਕੋਵਿਡ-19 ਦੇ ਨਾਲ ਜਿਹੜੀ ਵੱਡੀ ਜੰਗ ਸਾਡੀ ਜਿਹੜੀ ਚੱਲ ਰਹੀ ਆ, ਉਹਦੇ 'ਚ ਵੱਡਾ ਰੋਲ ਜਿਹੜਾ ਸਿੱਖ ਉਹ ਆਪਣਾ ਨਿਭਾ ਰਿਹਾ, ਔਰ ਅੱਗੇ ਨਿਭਾਉਣਾ ਵੀ ਚਾਹੀਦਾ, ਕਿਉਂਕਿ ਸਿੱਖ ਦਾ ਕੰਮ ਹੀ ਸਰਬੱਤ ਦੇ ਭਲੇ ਦੀ ਰਾਖੀ ਕਰਨੀ ਹੈ, ਸਰਬੱਤ ਦੇ ਭਲੇ ਵਾਸਤੇ ਉਪਰਾਲੇ ਕਰ ਰਹੇ ਨੇ। ਅਤੇ ਇਸ ਵੇਲੇ ਜਿਹੜਾ ਸਾਡਾ ਸਮਾਂ ਹੈ, ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇਹ ਦੂਜੇ ਪਾਸੇ ਜਿਹੜਾ ਇਹ ਘੁਮਾ ਫਿਰਾ ਕੇ ਉਹ ਮਾਈਂਡ ਨੂੰ ਡਿਸਟਰਬ ਕਰ ਰਹੇ ਨੇ, ਡਾਈਵਰਟ ਕਰ ਰਹੇ ਨੇ, ਉਹਨਾਂ ਲੋਕਾਂ ਦੀ ਬਹੁਤ ਸਾਰੀਆਂ ਚਾਲਾਂ ਹੋ ਸਕਦੀਆਂ ਨੇ। ਅਤੇ ਕੋਸ਼ਿਸ਼ ਕਰੋ ਉਹ ਆਪਣੇ ਆਪ ਨੂੰ ਇਹਨਾਂ ਤੋਂ ਥੋੜ੍ਹਾ ਰਹਿਤ ਰਹੋ, ਔਰ ਆਪਣੀ ਸੇਵਾ 'ਚ ਪੂਰਾ ਆਪਣਾ ਯੋਗਦਾਨ ਦਿਓ। ਔਰ ਭਾਈ ਸਾਹਿਬ ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਜਦੋਂ ਵੀ ਤੁਹਾਨੂੰ ਕਿਤੇ ਅਸੀਂ ਇਹੋ ਜਿਹੇ ਮੌਕੇ ਵਿੱਚ ਯਾਦ ਕਰਦੇ ਹਾਂ, ਤੁਸੀਂ ਪੂਰਾ ਆਪਣਾ ਸਮਾਂ ਕੱਢਦੇ ਹੋ ਔਰ ਸਹਿਯੋਗ ਦਿੰਦੇ ਹੋ, ਆਪਣੇ ਵਿਚਾਰ ਜਿਹੜੇ ਕੀਮਤੀ ਨੂੰ ਦਿੰਦੇ ਹੋ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਅਕਾਲ ਚੈਨਲ ਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ। ਆਸ ਹੈ ਇੱਦਾਂ ਸੱਚ ਦੀ ਆਵਾਜ਼ ਨੂੰ ਤੁਸੀਂ ਬੁਲੰਦ ਕਰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।